ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਡੇ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਸੁਖਜੀਤ ਸਿੰਘ ਦੀ ਡਰੋਲੀ ਦੀ ਯੋਗ ਅਗਵਾਈ ਦੇ ਵਿੱਚ ਅਸੀਂ ਆਰਐਸਐਸ ਦੇ ਜਿਹੜੇ ਮੁਖੀ ਆ ਮੋਹਨ ਭਾਗਵਤ ਜੋ ਨਾਗਪੁਰ ਤੋਂ ਆਪਣਾ ਮੋਦੀ ਦੀ ਸਰਕਾਰ ਨੂੰ ਚਲਾ ਰਹੇ ਨੇ ਤੇ ਘੱਟ ਗਿਣਤੀਆਂ ਨੂੰ ਕੁਚਲਣ ਦੇ ਲਈ ਆਪਣੀ ਨੀਤੀ ਦੇ ਤਹਿਤ ਉਹ ਚੱਲ ਰਹੇ ਉਹਨਾਂ ਨੂੰ ਇੱਕ ਮੈਮੋਰੈਂਡਮ ਅਸੀਂ ਇੱਥੋਂ ਦੇ ਜ਼ਿਲ੍ਹਾ ਸੰਯੋਜਕ ਜਿਹੜੇ ਮਹੇਸ਼ ਗੁਪਤਾ ਜੀ ਨੂੰ ਦੇ ਰਹੇ ਹਾਂ ਕਿ ਅੱਜ ਜੰਗ ਦੇ ਮਾਹੌਲ ਛਾਇਆ ਹੋਇਆ। ਚੀਨ ਤੇ ਇੰਡੀਆ ਦੀਆਂ ਫੌਜਾਂ ਇੱਕ ਦੂਜੇ ਦੇ ਸਾਹਮਣੇ ਲੱਗੀਆਂ ਹੋਈਆਂ। ਇਸੇ ਤਰੀਕੇ ਹਿੰਦ ਤੇ ਪਾਕ ਦੇ ਜੰਗਲ ਬਾਦਲ ਦੇ ਇਹ ਬਾਰਡਰ ਤੇ ਛਾਏ ਰਹਿੰਦੇ ਨੇ। ਸਿੱਖ ਕੌਮ ਜੰਗ ਨਹੀਂ ਚਾਹੁੰਦੀ, ਇਹ ਪੀਸ ਚਾਹੁੰਦੀ ਹੈ ਤੇ ਇਹ ਜਿਹੜੀ ਪਰਮਾਣੂ ਜੰਗ ਹੈ ਇਹਦੇ ਨਾਲ ਪੂਰੀ ਮਨੁੱਖਤਾ ਦਾ ਨਾਸ ਹੋ ਜਾਣਾ। ਪਰਮਾਣੂ ਪਾਕਿਸਤਾਨ ਕੋਲੇ ਵੀ ਪਰਮਾਣੂ ਹਥਿਆਰ ਹੈ, ਪਰਮਾਣੂ ਬੰਬ ਹੈ। ਚੀਨ ਕੋਲੇ ਵੀ ਪਰਮਾਣੂ ਬੰਬ ਹੈ, ਇੰਡੀਆ ਕੋਲੇ ਵੀ ਪਰਮਾਣੂ ਬੰਬ ਹੈ। ਜੇ ਪਰਮਾਣੂ ਜੰਗ ਲੱਗ ਗਈ ਤੇ ਪੰਜਾਬ ਦਾ ਜਿਹੜਾ ਇਹ ਇਲਾਕਾ ਹੈ ਜੰਗ ਦਾ ਮੈਦਾਨ ਬਣ ਜਾਣਾ। ਤੇ ਚੀਨ ਦੇ ਕੋਲੇ ਪਰਮਾਣੂ ਬੰਬ ਤੇ ਇਹ ਨਹੀਂ ਲਿਖਿਆ ਕਿ ਜੇ ਇਹ ਬੰਬ ਡਿੱਗਿਆ ਤੇ ਇਕੱਲੇ ਕਾਮਰੇਡ ਬਚ ਜਾਣਗੇ ਤੇ ਬਾਕੀ ਸਾਰੇ ਮਰ ਜਾਣਗੇ। ਪਾਕਿਸਤਾਨ ਦੇ ਬੰਬ ਤੇ ਇਹ ਨਹੀਂ ਲਿਖਿਆ ਕਿ ਇਕੱਲੇ ਮੁਸਲਮਾਨ ਵੀਰ ਮਰ ਜਾਣਗੇ ਬਚ ਜਾਣਗੇ ਕਿ ਸਾਰੇ ਬਾਕੀ ਸਿੱਖ ਤੇ ਹਿੰਦੂ ਮਰ ਜਾਣਗੇ। ਇੰਡੀਆ ਦੇ ਕੋਲੇ ਜਿਹੜਾ ਪਰਮਾਣੂ ਬੰਬ ਹੈ ਜੇ ਉਹ ਚੱਲ ਗਿਆ ਉਹਦੇ ਤੇ ਇਹ ਨਹੀਂ ਲਿਖਿਆ ਕਿ ਇਕੱਲੇ ਮੇਰੇ ਹਿੰਦੂ ਵੀਰ ਬਚ ਜਾਣਗੇ ਤੇ ਬਾਕੀ ਸਾਰੇ ਮਰ ਜਾਣਗੇ। ਇਹਦੇ ਵਿੱਚ ਹਿੰਦੂ ਮੁਸਲਮਾਨ ਸਾਰੀ ਮਾਨਵਤਾ ਦਾ ਵਿਨਾਸ਼ ਹੋਣਾ। ਇਸ ਕਰਕੇ ਅਸੀਂ ਜੰਗ ਨਹੀਂ ਚਾਹੁੰਦੇ। ਤੇ ਮੋਹਨ ਭਾਗਵਤ ਜੀ ਹਰ ਰੋਜ਼ ਕਹਿ ਰਹੇ ਨੇ ਕਿ ਇੰਡੀਆ ਮੈਨੂੰ ਹੁਕਮ ਕਰੇ ਤੇ ਮੈਂ ਉਸ ਬਾਰਡਰ ਤੇ ਜਾ ਕੇ ਸ਼ਿਵ ਸੈਨਿਕ ਤੇ ਆਰਐਸਐਸ ਲੜਨ ਨੂੰ ਤਿਆਰ ਹਾਂ। ਪਰ ਅਸੀਂ ਕਹਿੰਦੇ ਹਾਂ ਜਦੋਂ ਐਡੀ ਭੀੜ ਪਈ ਹੋਵੇ, ਫੌਜਾਂ ਆਮਣੇ ਸਾਹਮਣੇ ਹੋਵੇ ਤੇ ਜਦੋਂ ਕੋਈ ਇਹੋ ਜਿਹੀ ਮਾਹੌਲ ਹੋਵੇ ਉਦੋਂ ਕਦੇ ਚੀਜ਼ਾਂ ਦੇ ਭਾਅ ਨਹੀਂ ਪੁੱਛੀਦੇ। ਇਸ ਕਰਕੇ ਉਹਨੂੰ ਬਾਰਡਰ ਤੇ ਜਾਣਾ ਚਾਹੀਦਾ। ਅਸੀਂ ਫਰੀਦਕੋਟ ਦੇ ਡੀਸੀ ਦੇ ਰਾਹੀਂ ਇੱਕ ਮੰਗ ਪੱਤਰਕ ਚਿੱਠੀ ਦਿੱਤੀ ਸੀ ਕਿ ਸਿਮਰਜੀਤ ਸਿੰਘ ਮਾਨ ਦੀ ਅਗਵਾਈ 'ਚ 31 ਮੈਂਬਰੀ ਇੱਕ ਵਫਦ ਜਾ ਰਿਹਾ। ਉਹ ਜਾਣਾ ਹਿਮਾਚਲ ਦੇ ਵਿੱਚ ਦੀ ਹੁੰਦਾ ਹੋਇਆ ਲੇਹ ਲਦਾਖ ਗਵਰਨਰ ਤੋਂ ਸਾਨੂੰ ਮਨਜ਼ੂਰੀ ਜਾਵੇ ਅਸੀਂ ਬਾਰਡਰ ਤੇ ਜਾਈਏ, ਅਸੀਂ ਭਾਈ ਕਨ੍ਹਈਆ ਵਾਲਾ ਰੋਲ ਅਦਾ ਕਰੀਏ, ਚਿੱਟੇ ਝੰਡੇ ਖਾਲਸਾ ਦਾ ਲੈ ਕੇ ਪੀਸ ਅਸੀਂ ਕਰੀਏ। ਉਹ ਬਾਰਡਰ ਤੇ ਜਾਣਾ ਚਾਹੁੰਦੇ ਸੀ ਪਰ ਸਾਨੂੰ ਬਾਰਡਰ ਤੇ ਜਾਣ ਲਈ ਹਜੇ ਇਜਾਜ਼ਤ ਨਹੀਂ ਮਿਲੀ ਤੇ ਅਸੀਂ ਕਹਿੰਦੇ ਹਾਂ ਸਾਨੂੰ ਇਜਾਜ਼ਤ ਦਿੱਤੀ ਜਾਵੇ। ਤੇ ਫਿਰ ਅੱਜ ਅਸੀਂ ਮੋਹਨ ਭਾਗਵਤ ਜੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਭਾਈ ਤੁਸੀਂ ਹੁਣ ਜੇ ਲੜਨਾ ਹੀ ਚਾਹੁੰਦੇ ਆ ਤੁਸੀਂ ਆਪਣੇ ਬਾਰਡਰ ਤੇ ਜਾਓ, ਤੁਹਾਡਾ ਖਾਕੀ ਨਿੱਕਰ ਪਾ ਕੇ ਜਾਓ ਤੇ ਤੁਸੀਂ ਆਪਦੀ ਚਿੱਟੀ ਸ਼ਰਟ ਪਾ ਕੇ ਜਾਓ, ਆਪਣੇ ਚਿੱਟੀਆਂ ਜਰਾਬਾਂ ਪਾ ਕੇ ਜਾਓ ਤੇ ਫਿਰ ਬੂਟ ਪਾ ਕੇ ਜਾਓ, ਉੱਤੇ ਟੋਪੀ ਲੈ ਕੇ ਜਾਓ ਤੇ ਨਾਲ ਇੱਕ ਰੂਲ ਲੈ ਕੇ ਜਾਓ ਤੇ ਰਸਤੇ ਦੇ ਵਿੱਚ ਲੈਫਟ ਰਾਈਟ ਚੱਲੋ ਤੇ ਜਿੱਥੇ ਕੋਈ ਭੀੜ ਆਈ ਅਸੀਂ ਤੁਹਾਡੇ ਮਗਰ ਹੋਵਾਂਗੇ ਤੇ ਤੁਹਾਡੀ ਮੱਲਮ ਪੱਟੀ ਵੀ ਕਰਾਂਗੇ, ਤੁਹਾਡੇ ਜ਼ਖਮਾਂ ਦੇ ਉੱਤੇ ਅਸੀਂ ਮਾਲਿਸ਼ ਵੀ ਕਰਾਂਗੇ, ਟੈਟਨਸ ਦਾ ਟੀਕਾ ਵੀ ਲਾਵਾਂਗੇ, ਬੀਟਾਡੀਨ ਦੇ ਨਾਲ ਤੁਹਾਡੇ ਜ਼ਖਮਾਂ ਨੂੰ ਠੀਕ ਕਰਾਂਗੇ। ਜੇ ਤੁਸੀਂ ਥੱਕ ਗਏ ਤੇ ਤੁਹਾਨੂੰ ਆਰਾਮ ਵੀ ਕਰਾਵਾਂਗੇ। ਇਸ ਗੱਡੀ ਦੇ ਉੱਤੇ ਇੱਕ ਸਾਰਾ ਕੁਝ ਕੀ ਹੋਊਗਾ, ਇਸ ਗੱਡੀ ਦੇ ਉੱਤੇ ਇੱਕ ਮੈਡੀਕਲ ਵੈਨ ਹੋਊਗੀ, ਇੱਕ ਖਾਣੇ ਦਾਣੇ ਦਾ ਹੋਊਗਾ। ਅਸੀਂ ਭਾਰਤੀ ਭਾਵਨਾ ਅਸੀਂ ਪਿੱਛੇ ਨਹੀਂ ਹਟਾਂਗੇ। ਅੱਛਾ ਸਰ, ਤੁਸੀਂ ਗੱਲ ਕਰ ਰਹੇ ਹੋ ਕਿ ਤੁਸੀਂ ਬਾਰਡਰ ਤੇ ਜਾਓਗੇ, ਮਨਮ ਪੱਟੀ ਕਰੋਗੇ, ਭਾਈ ਕਨ੍ਹਈਆ ਦਾ ਰੋਲ ਅਦਾ ਕਰੋਗੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪੀਸ ਚਾਹੁੰਦੇ ਹੋ, ਲੜਾਈ ਨਹੀਂ ਚਾਹੁੰਦੇ, ਇੱਕ ਪਾਸੇ ਤੁਸੀਂ ਇੱਦਾਂ ਦੀ ਗੱਲ ਕਰ ਰਹੇ। ਅਸੀਂ ਇਹ ਕਹਿੰਦੇ ਅਸੀਂ ਫੇਰ ਵੀ ਪੀਸ ਕਰਾਂਗੇ ਜਦੋਂ ਇਹ ਆਰਐਸਐਸ ਤੇ ਸ਼ਿਵ ਸੈਨਿਕ ਸਾਰੇ ਮੇਰੇ ਵੀਰ ਕਹਿ ਰਹੇ ਅਸੀਂ ਲੜਨਾ ਹੀ ਲੜਨਾ ਤੇ ਫਿਰ ਸਾਡਾ ਫਰਜ਼ ਨਹੀਂ ਬਣਦਾ ਕਿ ਇਹਨਾਂ ਦੇ ਅਸੀਂ ਮੈਦਾਨ ਤੋਂ ਪਿੱਛੇ ਹਟੀਏ। ਅਸੀਂ ਇਹਨਾਂ ਦੇ ਨਾਲ ਚੱਲਾਂਗੇ, ਅਸੀਂ ਇਹਨਾਂ ਦੀ ਲੜਾਈ ਰੋਕਾਂਗੇ। ਜੇ ਇੱਥੇ ਰੁਕ ਜਾਣ ਤਾਂ ਚੰਗੀ ਗੱਲ ਹੈ। ਫਿਰ ਇਹ ਰੋਜ਼ ਦਾ ਜਿਹੜਾ ਪ੍ਰਚਾਰ ਹੈ ਇਹ ਇਹਨਾਂ ਨੂੰ ਬੰਦ ਕਰਨਾ ਚਾਹੀਦਾ। ਤੁਸੀਂ ਇਹ ਕਟਾਕਸ਼ ਕਰ ਰਹੇ ਹੋ ਜਾਂ ਉਹਨਾਂ ਨੂੰ ਕੁਝ ਕਹਿ ਰਹੇ ਹੋ? ਨਹੀਂ ਜੀ, ਅਸੀਂ ਕਟਾਸ਼ਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੇ ਕਟਾਸ਼ਕ ਨਹੀਂ ਕਰਦਾ। ਉਹ ਸੱਚੀ ਗੱਲ ਕਰਦਾ ਹੈ, ਅਣਖਾਲੀ ਗੱਲ ਕਰਦਾ ਹੈ। ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਅੱਜ ਮੋਦੀ ਸਾਹਿਬ ਨੇ डिप्लोमैटिक गल चालू करनी चाहिए है। इंडिया के कोले कोई सिस्टम नहीं रह गया, सिस्टम खराब हो गया। ये जोड़े फौजां के जरनैल है
ਉਹ ਟੇਬਲ ਟਾਕ ਨਹੀਂ ਕਰਦੇ, ਜਰਨੈਲ ਲੜਦੇ ਆ। ਇਸ ਕਰਕੇ ਮੋਦੀ ਸਾਹਿਬ ਨੂੰ, ਅਮਿਤ ਸ਼ਾਹ ਨੂੰ ਤੇ ਜਿਹੜੇ ਡਿਫੈਂਸ ਮਿਨਿਸਟਰ ਹੈ ਤੇ ਹੋਰ ਫੋਰਨ ਮਿਨਿਸਟਰ ਨੂੰ ਟੇਬਲ ਟਾਕ ਕਰਨੀ ਚਾਹੀਦੀ ਹੈ। ਇਸ ਲੈਵਲ ਤੇ ਇਹ ਕਮਾਂਡਰ ਲੈਵਲ ਤੇ ਗੱਲਬਾਤ ਨਹੀਂ ਹੋਣੀ ਚਾਹੀਦੀ। ਇਹ ਹੱਦਾਂ ਦਾ ਜਦੋਂ ਰੌਲਾ ਹੈ, ਜਦੋਂ ਫੋਰਸਾਂ ਹੁੰਦੀਆਂ ਉਹ ਲੜਨ ਲਈ ਹੁੰਦੀਆਂ ਤੇ ਜਾਂ ਬਾਰਡਰ ਦੀ ਰਾਖੀ ਕਰਨ ਲਈ ਹੁੰਦੀਆਂ। ਇਸ ਕਰਕੇ ਉਹਨਾਂ ਨੂੰ ਇਹ ਡਿਪਲੋਮੈਟਿਕ ਗੱਲ ਸ਼ੁਰੂ ਕਰਕੇ ਪੀਸ ਕਰਨੀ ਚਾਹੀਦੀ ਆ। ਪਰ ਇਹ ਵੀ ਮੈਂ ਦੱਸਣਾ ਚਾਹੁੰਦਾ, ਇਹ ਜਿਹੜਾ ਚੀਨ ਦਾ ਇਲਾਕਾ ਹੈ ਇਹ ਸਿੱਖ ਰਾਜ ਦਾ ਇਲਾਕਾ ਹੈ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਿਸਤਾਨ ਦਾ ਹਿੱਸਾ ਹੁੰਦਾ ਸੀ, 1834 ਚ ਖਾਲਸਾ ਰਾਜ ਚ ਮਿਲਾਇਆ ਸੀ। ਜਦੋਂ ਇਸ ਤੇ ਗੱਲ ਹੋਵੇ ਉੱਥੇ ਸਿੱਖ ਕੌਮ ਨੂੰ ਵੀ ਬੁਲਾਉਣਾ ਚਾਹੀਦਾ ਤੇ ਚੀਨ ਨੂੰ ਵਿੱਚ ਹੋਣਾ ਚਾਹੀਦਾ, ਜਿਹਦੇ ਕਰਕੇ ਜਿਹੜਾ ਇਹ ਇਲਾਕਾ ਸਿੱਖਾਂ ਨੂੰ ਦੇਣਾ ਚਾਹੀਦਾ। ਸਰ ਗੱਲ ਕਰੀਏ ਹੁਣ, ਕੱਲ ਇੱਕ ਲਿਸਟ ਜਾਰੀ ਕੀਤੀ ਹੈ ਖਾਲਿਸਤਾਨ ਜਿਹਨੂੰ ਆਤੰਕਵਾਦੀ ਨਾਮ ਦਿੱਤਾ ਗਿਆ ਹੈ, ਕੁਝ ਤਾਂ ਇੰਡੀਆ ਦੇ ਵਿੱਚ ਫੋਰਨ ਲੈਵਲ ਵਰਲਡ ਲੈਵਲ ਤੇ ਲਿਸਟ ਜਾਰੀ ਕੀਤੀ, ਉਸ ਬਾਬਤ ਉਹ ਸਿੱਖ ਕੌਮ ਗੁਲਾਮੀ ਦਾ ਅਹਿਸਾਸ ਮਹਿਸੂਸ ਕਰਦੀ ਹੈ। ਇਹ ਤਾਂ ਲਿਸਟ ਕੀ ਹੈ, ਇਹਨਾਂ ਦੇ ਸਾਡਾ ਦਰਬਾਰ ਸਾਹਿਬ ਢਾਦਾ, ਲਿਸਟ ਤਾਂ ਛੋਟੀ ਗੱਲ ਹੈ। ਸਾਡੇ ਗਲਾਂ 'ਚ ਟਾਇਰ ਪਾਤੇ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕਰਤੀਆਂ। ਗੁਰੂ ਗ੍ਰੰਥ ਸਾਹਿਬ ਜਿਹੜੀ ਪੂਰੀ ਮਾਨਵਤਾ ਹੈ ਉਹਦੀ ਬੇਅਦਬੀ ਕਰਾ ਦਿੱਤੀ। ਨਾ ਜਸਟਿਸ ਜੋਰਾ ਸਿੰਘ ਨੇ ਦਿੱਤਾ, ਨਾ ਸਾਨੂੰ CBI ਨੇ ਕੁਝ ਦਿੱਤਾ। ਤੇ ਅੱਜ ਤੱਕ ਬਾਈਬਲ ਕਲਾਂ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਹੋਈਆਂ। ਅਸੀਂ ਬੜੀ ਵੱਡੀ ਲੜਾਈ ਲੜੀ ਤੇ ਕਾਂਗਰਸ ਬਗਰਾੜੀ ਦੇ ਵਿੱਚ ਜਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿਹੜਾ ਮੰਤਰੀ ਸੀ? ਬਾਜਵਾ ਸਾਹਿਬ, ਰੰਧਾਵਾ ਸਾਹਿਬ, MLA ਗਿੱਲ ਤੇ ਉਸ ਤੋਂ ਬਾਅਦ MLA ਜੀਰਾ ਤੇ MLA ਕਿੱਕੀ, ਤੇ ਕਹਿੰਦੇ ਅਸੀਂ ਮੰਗਾਂ ਪੂਰੀਆਂ ਕਰਾਂਗੇ, ਜਿਹੜੀਆਂ ਮੰਗ ਲਈਆਂ ਬਾਕੀ ਪੂਰੀ ਕਰਾਂਗੇ। ਹਜੇ ਤੱਕ ਉਹ ਮੰਗਾਂ ਪੂਰੀਆਂ ਨਹੀਂ ਪਾਵਾਂ। ਫਿਰ ਵੀ ਅਸੀਂ ਇੱਕ ਜਦੋਜਹਿਦ ਕਮੇਟੀ ਬਣਾਈ ਹੈ ਤੇ ਹੁਣ ਫਿਰ ਇਹ ਫੜੋ ਫੜੀ ਜਿਹੜੀ ਚਾਲੂ ਹੋਈ ਹੈ। ਇਹ ਜਿਹੜੀਆਂ ਲਿਸਟ ਹੈ, ਪਹਿਲਾਂ ਸਾਡੀ ਕਾਲੀ ਸੂਚੀ ਬਣਾਈ ਸੀ, ਹੁਣ ਜਦੋਂ 85% ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ, ਹੁਣ ਸਿੱਖਾਂ ਦੀ ਲਿਸਟ ਕਿਉਂ ਬਣੀ ਹੈ? ਬੀਬੀ ਪ੍ਰਤਿਗਿਆ ਦੀ ਲਿਸਟ ਕਿਉਂ ਨਹੀਂ ਬਣਦੀ ਗਈ? ਜਿਹੜੇ RSS ਦੇ ਬੰਦੇ ਟ੍ਰੇਨਿੰਗ ਦਿੰਦੇ ਆ ਉਹਨਾਂ ਦੀ ਲਿਸਟ ਕਿਉਂ ਨਹੀਂ ਬਣਦੀ? ਜਿਨ੍ਹਾਂ ਨੇ ਮੁਸਲਮਾਨਾਂ ਨੂੰ ਮਾਰਿਆ, ਸਾਈਆਂ ਨੂੰ ਮਾਰਿਆ, ਉਹਨਾਂ ਦੀ ਲਿਸਟ ਨਹੀਂ ਬਣਦੀ। ਬੇਕਸੂਰ ਸਿੱਖ ਵੀ ਇਹਨਾਂ ਦੇ ਨਾਮ ਵਿੱਚ ਪਾਏ ਗਏ ਨੇ। ਉਹ ਸਾਰੇ ਬੇਕਸੂਰ ਆ ਜੀ, ਸਿੱਖ ਦਾ ਸਾਰੇ ਬੇਕਸੂਰ ਆ। ਇਹ ਬਿਲਕੁਲ ਫੇਕ ਲਿਸਟ ਹੈ। ਜਦੋਂ ਖਾਲਿਸਤਾਨ ਦੀ ਕਿਹੜੀ ਗੱਲ ਹੈ? ਖਾਲਿਸਤਾਨ ਦਾ ਆ ਜਲੰਧਰ ਦੀ ਧਰਤੀ ਪਵਿੱਤਰ ਧਰਤੀ ਹੈ। ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ 'ਚ ਬੰਦ ਸੀ ਤੇ ਆ ਬੇਅੰਤ ਚੀਫ ਮਿਨਿਸਟਰ ਸੀ ਜਿਹੜਾ, ਜਿਹਨੇ ਮੇਰੇ ਸਾਹਮਣੇ ਜਥੇਦਾਰ ਕੌਂਕੇ ਨੂੰ ਸ਼ਹੀਦ ਕੀਤਾ ਤੇ ਉਹਦੇ ਗਲ 'ਚ ਦਿਲਾਵਰ ਸਿੰਘ ਦਾ ਹਾਰ ਪਾਇਆ ਤੇ ਉਦੋਂ ਅਸੀਂ ਖਾਲਿਸਤਾਨ ਦਾ ਜਿੱਤਿਆ। ਜਦੋਂ ਅਸੀਂ ਖਾਲਿਸਤਾਨ ਕਹਿ ਸਕਦੇ ਹਾਂ, ਬੋਲ ਸਕਦੇ ਹਾਂ ਤੇ ਅਸੀਂ ਮੰਗ ਕਰ ਸਕਦੇ ਹਾਂ, ਤੇ ਫਿਰ ਇਹ ਲਿਸਟ ਫਰਾਡ ਲਿਸਟ ਹੈ। ਅਸੀਂ ਇਸ ਨੂੰ ਰੱਦ ਕਰਦੇ ਹਾਂ। ਗੁਰਬੰਤ ਸਿੰਘ ਪੰਨੂ ਬਾਰੇ ਕੀ ਤੁਹਾਡਾ? ਗੁਰਬੰਤ ਸਿੰਘ ਪੰਨੂ ਜਿਹੜੀ ਖਾਲਿਸਤਾਨ ਦੀ, ਉਹ ਕਹਿੰਦੇ ਮੈਂ ਰੈਫਰੈਂਡਮ ਕਰਾਊਂਗਾ, ਪਰ ਇਸ ਤਰੀਕੇ ਰੈਫਰੈਂਡਮ ਹੋ ਨਹੀਂ ਸਕਦਾ। ਉਹਨੂੰ ਸਿੱਖ ਕੌਮ ਨੂੰ ਸਮਝਾਉਣਾ ਚਾਹੀਦਾ। ਉਹਨੂੰ ਮੁਬਾਰਕ ਉਹ ਆਪਣੀ ਗੱਲ ਕਰੀ ਜਾਂਦਾ, ਪਰ ਰੈਫਰੈਂਡਮ ਜਿਹੜਾ ਉਹ ਇੰਡੀਆ ਹੀ ਕਰਾ ਸਕਦਾ ਹੈ। ਜੇ ਅਸੀਂ ਇੰਡੀਆ ਦੇ ਵਿੱਚ ਰਵਾਂਗੇ, ਨਾ ਮਿਲਵਰਤਨ ਕਰਾਂਗੇ ਤੇ ਇੰਡੀਆ ਕਹਿ ਦੂਗਾ ਕਿ ਰੈਫਰੈਂਡਮ ਕਰਾ ਲਓ। ਫਿਰ ਹੁੰਦੀ ਆ, ਜੇ ਰੈਫਰੈਂਡਮ ਨਾ ਹੋ ਸਕੇ ਫਿਰ ਹੁੰਦੀ ਆ ਪਲੇਬੇਸਾਈਟ, ਉਹਨੂੰ ਕਹਿੰਦੇ ਰਾਇਸ਼ੁਮਾਰੀ। ਉਹ ਇੱਕ ਮੁਲਕ ਚਾਹੀਦਾ, ਜਿਵੇਂ ਪਾਕਿਸਤਾਨ ਦੇ ਨਾਲ ਕੀ ਹਮਾਇਤ ਕੀਤੀ ਕਸ਼ਮੀਰ ਦੀ ਕਿ ਰਾਇਸ਼ੁਮਾਰੀ, ਉਹ ਰਾਇਸ਼ੁਮਾਰੀ ਹਜੇ ਤੱਕ ਹੋਈ ਨਹੀਂ। ਤੇ ਤੀਜੀ ਧਿਰ ਕੀ ਹੈ ਕਿ ਅਸੀਂ ਵੋਟਾਂ ਪਵਾਈਏ, ਵੋਟਾਂ ਪਵਾ ਕੇ ਇੱਥੋਂ ਦਾ ਮੈਂਡੇਟ ਲਈਏ ਤੇ ਅਸੀਂ ਕਹੀਏ ਕਿ ਸਾਨੂੰ ਆਪਣਾ ਘਰ ਖਾਲਿਸਤਾਨ ਚਾਹੀਦਾ। ਪਰ ਪੰਨੂ ਸਾਹਿਬ ਨੂੰ ਮੁਬਾਰਕ ਜੋ ਕਰਦੇ ਆ, ਪਰ ਉਹਨਾਂ ਨੂੰ ਸਿੱਖ ਕੌਮ ਨੂੰ ਸਮਝਾਉਣਾ ਚਾਹੀਦਾ ਵੀ ਕਿਸ ਤਰੀਕੇ ਬਣੂਗਾ, ਕਿਹੜੇ ਅਬਜ਼ਰਵਰ ਹੋਣਗੇ, ਕੀ ਹੋਣਗੇ, ਕੀ ਦੀ ਅਕਾਊਂਟੇਬਿਲਟੀ ਹੋਊਗੀ, ਇਹ ਸਮਝਾਉਣਾ ਚਾਹੀਦਾ। ਪਰ ਫਿਰ ਵੀ ਉਹ ਜੇ ਚਲਾਉਂਦੇ ਆ, ਉਹਨਾਂ ਨੂੰ ਮੁਬਾਰਕ। ਸਿੱਖ ਕੌਮ ਉਹਨਾਂ ਦੇ ਨਾਲ ਹੈ। ਵੇਖੋ ਜੀ, ਸਿੱਖ ਕੌਮ ਉਹ ਤਾਂ ਕੌਮ ਨੂੰ ਪਤਾ ਹੈ, ਪਰ ਕੌਮ ਜਿਹੜੇ ਚੰਗੇ ਕੰਮ ਲਈ ਸਾਰਿਆਂ ਦੇ ਨਾਲ ਹੁੰਦੀ ਹੈ, ਚੰਗੇ ਕੰਮ ਲਈ ਸਾਰਿਆਂ ਦੇ ਨਾਲ ਹੁੰਦੀ ਹੈ। ਪੰਨੂ ਸਾਹਿਬ ਚੰਗਾ ਕੰਮ ਨਹੀਂ ਕਰਦੇ। ਹਾਂ, ਉਹ ਜਿਹੜਾ ਚੰਗਾ ਕਰ ਰਿਹਾ ਉਹਨੂੰ ਮੁਬਾਰਕ ਹੋਵੇ। ਤੁਹਾਡੇ ਨਜ਼ਰ 'ਚ ਕੀ ਹੈ? ਅਸੀਂ ਕਹਿੰਦੇ ਹਾਂ ਸਾਡਾ ਤਰੀਕਾ ਹੋਰ, ਅਸੀਂ ਵੀ ਖਾਲਿਸਤਾਨ ਚਾਹੁੰਦੇ ਹਾਂ। ਅਸੀਂ ਲਗਾਤਾਰ ਲੜਾਈ ਹੈ ਡੈਮੋਕ੍ਰੇਟ ਜਮਹੂਰੀ ਢੰਗ ਦੇ ਨਾਲ, ਜਿਹੜੀ ਇਹ ਲੜਾਈ ਹੈ ਇਸ ਤਰੀਕੇ ਲੜੀ ਜਾ ਰਹੀ ਹੈ। ਤਰੀਕਾ ਉਹਨਾਂ ਦਾ ਗਲਤ ਨਹੀਂ, ਅਸੀਂ ਤਰੀਕੇ ਨੂੰ ਵੀ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ, ਕਿਸੇ ਨੂੰ ਚੰਗਾ ਨਹੀਂ ਮਾੜਾ ਕਹਿ ਸਕਦੇ, ਪਰ ਜਿਹੜਾ ਅਸੀਂ ਆਪਦਾ ਤਰੀਕਾ ਹੈ ਅਸੀਂ ਇਸ ਤਰੀਕੇ ਨਾਲ ਲੜ ਸਕਦੇ। ਪੰਨੂ ਸਾਹਿਬ ਨੂੰ ਉਹ ਤਰੀਕਾ ਸਾਨੂੰ ਸਿੱਖ ਕੌਮ ਨੂੰ ਸਮਝਾਉਣਾ ਚਾਹੀਦਾ। ਇਹ ਖਾਲਿਸਤਾਨ ਨਾ ਤਾਂ ਪੰਨੂ ਸਾਹਿਬ ਦਾ, ਨਾ ਅਕਾਲੀ ਦਲ ਅੰਮ੍ਰਿਤਸਰ ਦਾ, ਨਾ ਮਾਨ ਸਾਹਿਬ ਦਾ। ਇਹ ਖਾਲਿਸਤਾਨ ਕੌਮ ਦਾ, ਇਹ ਹਿੰਦੂ ਦਾ ਵੀ ਹੈ, ਇਹ ਮੁਸਲਮਾਨ ਦਾ ਵੀ ਹੈ, ਇਹ ਈਸਾਈ ਦਾ। ਇੱਥੇ ਸਾਰਿਆਂ ਨੇ ਵਸਣਾ ਹੈ। ਕੀ ਨਾਮ ਤੁਹਾਡਾ? ਮੇਰਾ ਨਾਮ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ।